हाँ जी विद्यार्थियों, ਅੱਜ ਆਪਾਂ ਫਜ਼ਲ ਸ਼ਾਹ ਬਾਰੇ ਗੱਲਬਾਤ ਕਰਾਂਗੇ ਜੋ ਕਿ ਸਾਡੀ ਸਪਤਕਾ ਕਿਤਾਬ ਦੇ ਵਿੱਚ ਫਜ਼ਲ ਸ਼ਾਹ ਦੀ ਰਚਨਾ ਜਿਹੜੀ ਸ਼ਾਮਲ ਹੈ। ਫਜ਼ਲ ਸ਼ਾਹ ਦਾ ਕਿੱਸਾ ਜਿਹੜਾ ਹੈ ਸੋਹਣੀ ਮਹੀਵਾਲ ਸਾਡੀ ਇਸ ਕਿਤਾਬ ਦਾ ਹਿੱਸਾ। ਤਾਂ ਅਸੀਂ ਪਹਿਲਾਂ ਫਜ਼ਲ ਸ਼ਾਹ ਦੇ ਜੀਵਨ ਬਾਰੇ ਗੱਲ ਕਰਾਂਗੇ। ਫਜ਼ਲ ਸ਼ਾਹ ਦਾ ਨਾਂ ਜਿਹੜਾ ਹੈ ਉਹ ਆਧੁਨਿਕ ਕਾਲ ਦੇ ਰਵਾਇਤੀ ਰੰਗ ਦੀ ਕਵਿਤਾ ਲਿਖਣ ਵਾਲੇ ਕਵੀਆਂ ਵਿੱਚ ਆਉਂਦਾ। ਉਸ ਦਾ ਜਨਮ 1872 ਈਸਵੀ ਵਿੱਚ ਅਤੇ ਦੇਹਾਂਤ 1890 ਈਸਵੀ ਵਿੱਚ ਹੋਇਆ। ਉਹ ਲਾਹੌਰ ਦੀ ਬਸਤੀ ਨਵਾਂਕੋਟ ਦਾ ਰਹਿਣ ਵਾਲਾ ਸੀ ਅਤੇ ਮੌਲਾ ਬਖਸ਼ ਕੁਸ਼ਤਾ ਅਨੁਸਾਰ ਉਹ ਇੱਕ ਸਰਕਾਰੀ ਦਫ਼ਤਰੀ ਦਾ ਕੰਮ ਕਰਦਾ ਸੀ। ਉਸਨੇ ਹੀਰ ਰਾਂਝਾ, ਲੈਲਾ ਮਜਨੂ, ਯੂਸਫ ਜ਼ੁਲੈਖਾਂ, ਸੱਸੀ ਪੁੰਨੂ ਅਤੇ ਸੋਹਣੀ ਮਹੀਵਾਲ ਦੇ ਕਿੱਸੇ ਲਿਖੇ, ਪਰ ਉਸਦੀ ਸਭ ਤੋਂ ਪ੍ਰਸਿੱਧ ਰਚਨਾ ਜਿਹੜੀ ਸੋਹਣੀ ਦਾ ਕਿੱਸਾ ਹੈ। ਫਜ਼ਲ ਸ਼ਾਹ ਨੇ ਇਸ ਕਿੱਸੇ ਵਿੱਚ ਵਾਰਿਸ ਵਾਂਗ ਆਪਣੇ ਅਸਫਲ ਇਸ਼ਕ ਤੋਂ ਪੈਦਾ ਹੋਈ ਚੀਜ਼ ਨੂੰ ਬਿਆਨ ਕੀਤਾ ਜੋ ਕਿ ਹਰ ਪਾਠਕ ਦੇ ਦਿਲ ਦੀ ਚੀਜ਼ ਹੈ। ਇਸ ਪ੍ਰਕਾਰ ਉਸ ਦੇ ਕਿੱਸੇ ਵਿੱਚ ਲੋਕ ਅਪੀਲ ਦਾ ਜਿਹੜਾ ਭਰਪੂਰ ਅੰਸ਼ ਸ਼ਾਮਲ ਹੈ। ਇਸ ਵਿੱਚੋਂ ਲਿਖਦੇ ਹਨ ਕਿ ਹਾਏ ਹਾਲ ਮੇਰਾ ਤੈਨੂੰ ਕੌਣ ਦੱਸੇ, ਫਰਿਆਦ ਮੇਰੀ ਵਾਲ ਵਾਲ ਹੋਈ, ਸ਼ਾਲਾ ਮਰੇ ਉਸ ਘੜਾ ਬਟਿੰਦੜੀ ਦਾ ਜਿਹੜੀ ਅਸਾਂ ਵਿਛੋੜ ਨਿਹਾਲ ਹੋਈ। ਇਹ ਉਸ ਸਮੇਂ ਦਾ ਜਿਹੜਾ ਵਿਰਲਾਪ ਆ ਜਦੋਂ ਸੋਹਣੀ ਕੱਚੇ ਘੜੇ ਉੱਪਰ ਤੈਰ ਕੇ ਡੁੱਬਦੀ ਹੈ, ਉਹ ਵਿਰਲਾਪ ਕਰਦੀ ਹੈ। ਮੇਰੀ ਰੂਹ ਦੇ ਬਾਜ਼ ਪਰਵਾਜ਼ ਕੀਤਾ, ਖਾਲੀ ਆਸ਼ਕਾਂ ਹੱਥ ਦਵਾਲ ਹੋਈ, ਇੱਕ ਵਾਰ ਦੀਦਾਰ ਹੁਣ ਆ ਦੇਵੀਂ, ਤੇਰੇ ਮੁੱਖ ਦੀ ਭੁੱਖ ਕਮਾਲ ਹੋਈ। ਫਜ਼ਲ ਸ਼ਾਹ ਦਾ ਬੋਲੀ ਉੱਪਰ ਪੂਰਨ ਕਾਬੂ ਹੈ। ਉਸਨੇ ਸ਼ਬਦਾਂ ਦੀ ਬੜੀ ਢੁਕਵੇਂ ਅਤੇ ਭਾਵਪੂਰਤ ਢੰਗ ਨਾਲ ਵਰਤੋਂ ਕੀਤੀ ਹੈ। ਉਸਨੇ ਇੱਕ ਸ਼ਬਦ ਦੀ ਕਈ ਢੰਗਾਂ ਅਤੇ ਅਰਥਾਂ ਵਿੱਚ ਵਰਤੋਂ ਕਰਕੇ ਸ਼ਬਦ ਅਲੰਕਾਰ ਦਾ ਸੁੰਦਰ ਰੰਗ ਬੰਨ੍ਹਿਆ ਹੈ। ਜਿਵੇਂ ਜੇਕਰ ਗੱਲ ਕਰਦੀ ਲੱਖ ਵੱਲ ਪੈਂਦੇ, ਅਜੇ ਗੱਲ ਦਾ ਨਹੀਂ ਸੀ ਵੱਲ ਮੀਆਂ, ਜਾਂ ਹੈ ਵਲਾਂ ਵਾਲੀਆਂ ਉਸ ਦੀਆਂ ਵਾਲੀਆਂ ਨੇ ਲਿਆ ਲੁੱਟ ਜਹਾਨ ਦੇ ਵਲੀਆਂ ਨੂੰ। ਇਸ ਕਿੱਸੇ ਦੀ ਬੋਲੀ ਜਿਹੜੀ ਹੈਗੀ ਉਹ ਫਾਰਸੀ ਦੇ ਡੂੰਘੇ ਅਸਰ ਤੋਂ ਬਚੀ ਹੋਈ ਹੈ ਅਤੇ ਇਹ ਜਿਹੜੀ ਹੈਗੀ ਆ ਜਨ ਸਧਾਰਨ ਦੀ ਸਮਝ ਦੇ ਨੇੜੇ ਦੀ ਪੰਜਾਬੀ ਆ। ਇਸ ਕਰਕੇ ਇਹ ਕਿੱਸਾ ਵਧੇਰੇ ਹਰਮਨ ਪਿਆਰਾ। ਫਜ਼ਲ ਸ਼ਾਹ ਨੇ ਆਪਣੀ ਰਚਨਾ ਵਿੱਚ ਕੇਵਲ ਸ਼ਬਦ ਅਲੰਕਾਰਾਂ ਦੀ ਵਰਤੋਂ ਹੀ ਨਹੀਂ ਕੀਤੀ, ਸਗੋਂ ਕਈ ਪ੍ਰਕਾਰ ਦੇ ਅਰਥ ਅਲੰਕਾਰ ਵੀ ਵਰਤੇ ਹਨ ਜੋ ਨਾ ਕੇਵਲ ਇਸ ਕਿੱਸੇ ਦੀ ਕਵਿਤਾ ਨੂੰ ਸ਼ਿੰਗਾਰਦੇ ਹਨ, ਸਗੋਂ ਕਵੀ ਅਤੇ ਪਾਤਰਾਂ ਦੇ ਭਾਵਾਂ ਨੂੰ ਪ੍ਰਗਟ ਕਰਨ ਵਿੱਚ ਪੂਰੀ ਤਰ੍ਹਾਂ ਸਹਾਈ ਹੋਏ ਹਨ। ਇਸ ਰਚਨਾ ਦਾ ਜਿਹੜਾ ਛੰਦ ਹੈ ਉਹ ਬੈਂਤ ਆ। ਉਹ ਫਜ਼ਲ ਜਿਹੜਾ ਹੈਗਾ ਵਾਹ ਤੋਲ ਤੁਕਾਨ ਦਾ ਪੂਰਾ ਉਸਤਾਦ ਹੈ ਅਤੇ ਉਸਨੇ ਕਈ ਔਖੇ ਅਤੇ ਅਨੋਖੇ ਕਾਫੀਏ ਨਿਭਾਏ ਹਨ। ਇਹ ਕਿੱਸਾ ਨਾਟਕੀ ਵਾਰਤਾਲਾਪਾਂ ਨਾਲ ਭਰਪੂਰ ਹੈ ਜੋ ਕਿ ਕਿੱਸੇ ਵਿੱਚ ਕਾਫੀ ਰੌਚਕਤਾ ਪੈਦਾ ਕਰਦੇ ਹਨ। ਜਿਵੇਂ ਸੋਹਣੀ ਆਪਣੀ ਮਾਂ ਨੂੰ ਉੱਤਰ ਦਿੰਦੀ ਹੈ ਕਿ ਮੇਰਾ ਰੱਬ ਰਹੀਮ ਤੇ ਖਾਸ ਤੇ ਕਾਬਾ, ਜੇ ਈਮਾਨ ਕਹੇ ਤਾਂ ਮਹੀਮਾਲ ਮਾਏ, ਮਹੀ ਬਾਲ ਮਾਏ, ਬਾਲੀ ਵਾਰਸੀ ਦੋ ਜਹਾਨ ਅੰਦਰ, ਮੇਰਾ ਖਾਨ ਕਹੇ ਮਹੀਵਾਲ ਮਾਏ। ਸਮੁੱਚੇ ਤੌਰ 'ਤੇ ਫਜ਼ਲ ਸ਼ਾਹ ਦੀ ਰਚਨਾ ਜਿਹੜੀ ਕਾਵਿ ਵਿਸ਼ੇਸ਼ਤਾਵਾਂ ਨਾਲ ਭਰਪੂਰ ਇੱਕ ਵਧੀਆ ਰਚਨਾ ਹੈ। ਇਸ ਨੂੰ ਬੇਟਾ ਧਿਆਨ ਨਾਲ ਸੁਣਨਾ ਕਿਉਂਕਿ ਜੀਵਨ ਔਰ ਰਚਨਾ ਦਾ ਜਿਹੜਾ ਪ੍ਰਸ਼ਨ ਵੀ ਤੁਹਾਨੂੰ ਆਉਂਦਾ ਅਤੇ ਇਸ ਦੇ ਵਿੱਚੋਂ ਜਿਹੜੇ ਛੋਟੇ ਪ੍ਰਸ਼ਨ ਜਿਹੜੇ ਤੁਹਾਨੂੰ ਪੁੱਛੇ ਜਾਂਦੇ ਆ 2-2 ਨੰਬਰਾਂ ਵਾਲੇ, ਉਹਨਾਂ ਦੇ ਉਹ ਵੀ ਕਾਫੀ ਆਉਂਦੇ ਆ। ਹੁਣ ਅਸੀਂ ਫਜ਼ਲ ਸ਼ਾਹ ਦੀ ਰਚਨਾ ਜਿਹੜੀ ਸੋਹਣੀ ਮਹੀਵਾਲ ਆ, ਇਹ ਸਪਤਕਾ ਕਿਤਾਬ ਵਿੱਚ ਸ਼ਾਮਲ ਆ, ਉਹਦਾ ਵਿਸ਼ਾ ਵਸਤੂ ਬਾਰੇ ਮੈਂ ਗੱਲ ਕਰੂੰਗੀ। ਫਜ਼ਲ ਸ਼ਾਹ ਜਿਵੇਂ ਆਪਾਂ ਪੜ੍ਹ ਹੀ ਚੁੱਕੇ ਹਾਂ ਕਿ ਮੱਧਕਾਲੀਨ ਪੰਜਾਬੀ ਕਾਵਿ ਦਾ ਇੱਕ ਮਹੱਤਵਪੂਰਨ ਕਵੀ ਹੋਇਆ। ਉਹ ਸੰਕ੍ਰਾਂਤੀ ਕਾਲ ਦਾ ਕਵੀ ਹੈ ਜਦੋਂ ਕਿ ਪੰਜਾਬੀ ਕਿੱਸਾ ਕਾਵਿ ਆਪਣੀ ਜਵਾਨੀ ਗੁਜ਼ਾਰ ਕੇ ਬੁਢਾਪੇ ਵਿੱਚ ਦਾਖਲ ਹੋ ਚੁੱਕਾ ਸੀ। ਉਸ ਦਾ ਕਿੱਸਾ ਸੋਹਣੀ ਮਹੀਵਾਲ ਪੰਜਾਬੀ ਲੋਕਾਂ ਵਿੱਚ ਕਾਫੀ ਹਰਮਨ ਪਿਆਰਾ ਰਿਹਾ। ਇਹ ਇੱਕ ਦੁਖਾਂਤਕ ਰਚਨਾ ਹੈ। ਇਸ ਦਾ ਵਿਸ਼ਾ ਜਿਹੜਾ ਸੋਹਣੀ ਮਹੀਵਾਲ ਦੀ ਪ੍ਰੀਤ ਦਾ ਦੁਖਾਂਤ ਆ। ਸਪਤਕਾ ਕਾਵਿ ਸੰਗ੍ਰਹਿ ਵਿੱਚ ਉਸਦੇ ਇਸ ਕਿੱਸੇ ਵਿੱਚੋਂ ਕੁਝ ਅੰਸ਼ ਦਿੱਤੇ ਗਏ ਹਨ, ਕੁਝ ਹੀ ਅੰਸ਼ ਦਿੱਤੇ ਗਏ ਆ, ਪੂਰਾ ਕਿੱਸਾ ਨਹੀਂ ਦਿੱਤਾ ਗਿਆ, ਜਿਨ੍ਹਾਂ ਦਾ ਵਿਸ਼ਾ ਸੋਹਣੀ ਮਹੀਵਾਲ ਦੀ ਪ੍ਰੀਤ ਦੇ ਮਹੱਤਵਪੂਰਨ ਅੰਸ਼ ਆ। ਮਤਲਬ ਕਿ ਮਹੱਤਵਪੂਰਨ ਅੰਸ਼ ਹੀ ਇਸ ਕਿੱਸੇ ਦੇ ਇਸ ਸਾਡੀ ਸਪਤਕਾ ਕਿਤਾਬ ਵਿੱਚ ਦਿੱਤੇ ਗਏ ਆ। ਹੁਣ ਸ਼ੁਰੂ ਦੇ ਵਿੱਚੋਂ ਜਦੋਂ ਸ਼ੁਰੂਆਤ ਹੁੰਦੀ ਆ ਤਾਂ ਉਹਦੇ ਵਿੱਚ ਪਹਿਲਾਂ ਕਵੀ ਕੀ ਗੱਲ ਕਰਦਾ ਕਿ ਤੁੱਲੇ ਘੁਮਿਆਰ ਦੇ ਘਰ ਸੋਹਣੀ ਨੇ ਜਿਹੜਾ ਜਨਮ ਲਿਆ ਅਤੇ ਫਿਰ ਉਸ ਦੀ ਜਿਹੜੀ ਚੜ੍ਹਦੀ ਜਵਾਨੀ ਅਤੇ ਖੂਬਸੂਰਤੀ ਦੀਆਂ ਗੱਲਾਂ ਹੁੰਦੀਆਂ, ਉਹਦਾ ਜ਼ਿਕਰ ਹੁੰਦਾ, ਬਹੁਤ ਖੂਬਸੂਰਤੀ ਨਾਲ ਜ਼ਿਕਰ ਹੁੰਦਾ ਕਿ ਕਿਸ ਤਰ੍ਹਾਂ ਦਾ ਉਹਦਾ ਨੱਕ ਹੈ, ਕਿਸ ਤਰ੍ਹਾਂ ਦੀਆਂ ਉਹਦੀਆਂ ਅੱਖਾਂ ਹਨ, ਸਾਰਾ। ਔਰ ਇਸ ਤੋਂ ਪਿੱਛੋਂ ਜਿਹੜਾ ਮਹੀਵਾਲ ਰਾਵੀ ਲੰਘ ਕੇ ਸੋਹਣੀ ਦੇ ਸ਼ਹਿਰ ਗੁਜਰਾਤ ਵਿੱਚ ਪਹੁੰਚਦਾ,
ਜਿੱਥੇ ਉਸ ਦਾ ਸੋਹਣੀ ਨਾਲ ਪਿਆਰ ਪੈ ਜਾਂਦਾ, ਪਰ ਸੋਹਣੀ ਨੂੰ ਉਸਦੇ ਮਾਪੇ ਜਿਹੜੇ ਹੋਰ ਥਾਂ ਵਿਆਹ ਦਿੰਦੇ ਆ। ਇਹ ਸਾਰਾ ਕੁਛ ਜਿਹੜਾ ਹੈਗਾ ਕਵਿਤਾ ਰੂਪ ਦੇ ਵਿੱਚ ਤੁਹਾਡੀ ਕਿਤਾਬ ਵਿੱਚ ਸ਼ਾਮਲ ਆ। ਸੋਹਣੀ ਮਹੀਵਾਲ ਦੇ ਵਿਚਕਾਰ ਜਿਹੜਾ ਚਿੱਠੀ ਪੱਤਰ ਹੁੰਦਾ ਅਤੇ ਮਹੀਵਾਲ ਦਰਿਆ ਦੇ ਪਾਰਲੇ ਕੰਢੇ ਡੇਰਾ ਲਾ ਲੈਂਦਾ। ਉਹ ਹਰ ਰੋਜ਼ ਰਾਤ ਨੂੰ ਸੋਹਣੀ ਨੂੰ ਦਰਿਆ ਪਾਰ ਕਰਕੇ ਮਿਲਦਾ ਹੈ ਅਤੇ ਉਸ ਲਈ ਮੱਛੀ ਭੁੰਨ ਕੇ ਲਿਆਉਂਦਾ। ਇੱਕ ਦਿਨ ਮੱਛੀ ਨਾ ਮਿਲਣ ਦੀ ਸੂਰਤ ਵਿੱਚ ਉਸਨੇ ਆਪਣੇ ਪੱਟ ਦਾ ਜਿਹੜਾ ਮਾਸ ਵੱਢ ਕੇ ਭੁੰਨ ਲਿਆ। ਮਾਸ ਖਾਣ ਵੇਲੇ ਸੋਹਣੀ ਨੂੰ ਅਸਲ ਗੱਲ ਦਾ ਪਤਾ ਜਦੋਂ ਲੱਗਿਆ ਤਾਂ ਉਹਨੇ ਮਹੀਵਾਲ ਦਾ ਸਿਦਕ ਅਤੇ ਕੁਰਬਾਨੀ ਦੇਖ ਕੇ ਕਿਹਾ ਕਿ ਹੁਣ ਉਹ ਅੱਗੋਂ ਆਪ ਜਿਹੜਾ ਉਹਨੂੰ ਮਿਲਣ ਆਇਆ ਕਰੇਗੀ। ਫਿਰ ਸੋਹਣੀ ਹਰ ਰੋਜ਼ ਘੜੇ ਉੱਤੇ ਦਰਿਆ ਪਾਰ ਕਰਕੇ ਮਹੀਵਾਲ ਨੂੰ ਮਿਲਣ ਲਈ ਜਾਣ ਲੱਗੀ। ਇੱਕ ਰਾਤ ਕੀ ਹੁੰਦਾ ਕਿ ਸੋਹਣੀ ਹਾਰ ਸ਼ਿੰਗਾਰ ਲਾ ਕੇ ਦਰਿਆ ਵੱਲ ਗਈ। ਉਸਦੀ ਨਨਾਣ ਨੂੰ ਜਾਗ ਆ ਗਈ ਅਤੇ ਉਹ ਵੀ ਜਿਹੜਾ ਉਸਦੇ ਮਗਰ ਹੀ ਚੱਲ ਪਈ। ਉਸਨੇ ਦੇਖਿਆ ਕਿ ਸੋਹਣੀ ਪੱਕੇ ਘੜੇ ਉੱਪਰ ਦਰਿਆ ਪਾਰ ਕਰਕੇ ਜਿਹੜਾ ਹੈਗਾ ਮਹੀਵਾਲ ਨੂੰ ਮਿਲਣ ਜਾਂਦੀ ਆ ਅਤੇ ਘੜੇ ਨੂੰ ਮੁੜ ਬੂਟਿਆਂ ਵਿੱਚ ਲੁਕਾ ਦਿੰਦੀ ਆ। ਫਿਰ ਉਸਨੇ ਨਨਾਣ ਨੇ ਕੀ ਕੀਤਾ ਉਸਦੀ ਨੇ ਕਿ ਉਸਨੂੰ ਕੁਝ ਨਹੀਂ ਕਿਹਾ ਸੋਹਣੀ ਨੂੰ ਤਾਂ, ਪਰ ਗੁੱਸਾ ਖਾ ਕੇ ਉਹ ਪਰਤ ਆਈ ਅਤੇ ਉਹਨੇ ਦੁਕਾਨ ਤੋਂ ਕੱਚਾ ਘੜਾ ਚੁੱਕਿਆ ਅਤੇ ਉਸਨੂੰ ਸੋਹਣੀ ਦੇ ਪੱਕੇ ਘੜੇ ਨਾਲ ਵਟਾ ਲਿਆ। ਅਗਲੇ ਦਿਨ ਅੱਧੀ ਰਾਤ ਜਦੋਂ ਮਗਰੋਂ ਸੋਹਣੀ ਪੀਰ ਫਕੀਰ ਮਨਾ ਕੇ ਜਦੋਂ ਫਿਰ ਮਹੀਵਾਲ ਨੂੰ ਮਿਲਣ ਗਈ ਤਾਂ ਉਹ ਰਾਤ ਬੜੀ ਭਿਆਨਕ ਸੀ। ਇਹਦੇ ਵਿੱਚ ਜ਼ਿਕਰ ਆਊਗਾ ਜਦੋਂ ਤੁਸੀਂ ਇਸ ਕਿੱਸੇ ਨੂੰ ਪੜ੍ਹੋਗੇ। ਇਸ ਦੇ ਵਿੱਚ ਜ਼ਿਕਰ ਆਊਗਾ ਬਾਰ-ਬਾਰ। ਬਹੁਤ ਤੂਫਾਨੀ ਰਾਤ ਸੀ ਔਰ ਬਹੁਤ ਭਿਆਨਕ ਜਿਹੜੀ ਹੈਗੀ ਆ ਉਹ ਦ੍ਰਿਸ਼ ਪੇਸ਼ ਕੀਤਾ ਗਿਆ ਇਹਦੇ ਵਿੱਚ। ਤਾਂ ਭਾਰੀ ਤੂਫਾਨ ਝੁੱਲਿਆ ਹੋਇਆ ਸੀ ਅਤੇ ਦਰਿਆ ਦਾ ਪਾਣੀ ਜਿਹੜਾ ਬਹੁਤ ਚੜ੍ਹਿਆ ਹੋਇਆ ਸੀ। ਸੋਹਣੀ ਨੇ ਜਦੋਂ ਘੜਾ ਚੁੱਕਿਆ ਤਾਂ ਉਸਨੂੰ ਪਤਾ ਲੱਗ ਗਿਆ ਕਿ ਕੱਚਾ, ਪਰ ਉਸ ਨੂੰ ਆਪਣੀ ਕਿਸਮਤ ਅਨੁਸਾਰ ਜਿਹੜੀ ਮਤਲਬ ਕਿ ਇਹ ਵਿਸ਼ਵਾਸ ਸੀ ਕਿ ਇਹ ਮੇਰੀ ਕਿਸਮਤ ਅਨੁਸਾਰ ਜਿਹੜੀ ਹੈਗੀ ਇਹ ਘਟਨਾ ਵਾਪਰੀ ਆ। ਉਹਨੇ ਫੈਸਲਾ ਕੀਤਾ ਕਿ ਉਹ ਪਿੱਛੇ ਮੁੜ ਕੇ ਇਸ਼ਕ ਨੂੰ ਦਾਗ ਨਹੀਂ ਲਵਾਊਗੀ ਅਤੇ ਇਸ ਘੜੇ ਉੱਪਰ ਹੀ ਤਰ ਕੇ ਜਿਹੜਾ ਉਹ ਮਹੀਵਾਲ ਨੂੰ ਮਿਲਣ ਦਾ ਯਤਨ ਕਰਨ ਲੱਗਦੀ ਆ ਅਤੇ ਆਪਣੀ ਜਾਨ ਜਿਹੜੀ ਗਵਾ ਦਿੰਦੀ ਆ। ਸੋਹਣੀ ਕੱਚਾ ਘੜਾ ਜਿਹੜਾ ਲੈ ਕੇ ਦਰਿਆ ਦੇ ਡੂੰਘੇ ਪਾਣੀ ਵਿੱਚ ਠਿੱਲ ਗਈ। ਜਲਦੀ ਪਾਣੀ ਨਾਲ ਘੜਾ ਖੁਰ ਗਿਆ ਅਤੇ ਉਹ ਗੋਤੇ ਖਾਣ ਲੱਗੀ। ਉਸਨੇ ਅੱਲਾ ਨੂੰ ਪੁਕਾਰਦਿਆਂ ਅਤੇ ਮਹੀਵਾਲ ਨੂੰ ਯਾਦ ਕਰਦਿਆਂ ਆਪਣੀ ਜਾਨ ਦੇ ਦਿੱਤੀ। ਉੱਧਰ ਸੋਹਣੀ ਨੂੰ ਪੁਕਾਰਦੇ ਮਹੀਵਾਲ ਨੇ ਦਰਿਆ ਵਿੱਚ ਛਾਲ ਮਾਰੀ ਅਤੇ ਸੋਹਣੀ ਦੇ ਗਲ ਨਾਲ ਲੱਗ ਗਿਆ। ਇਸ ਤਰ੍ਹਾਂ ਦੋਹਾਂ ਪ੍ਰੇਮੀਆਂ ਦੇ ਮਿਲਾਪ ਨਾਲ ਉਹਨਾਂ ਦੇ ਦਿਲ ਵਿੱਚ ਮਗਦੀ ਵਿਛੋੜੇ ਦੀ ਅੱਗ ਸ਼ਾਂਤ ਹੋ ਗਈ। ਇਸ ਪ੍ਰਕਾਰ ਸੋਹਣੀ ਮਹੀਵਾਲ ਦੀ ਪ੍ਰੀਤ ਕਹਾਣੀ, ਜਿਸ ਦਾ ਅੰਤ ਦੁਖਾਂਤ ਵਿੱਚ ਹੁੰਦਾ ਹੈ, ਇਸ ਕਿੱਸੇ ਦਾ ਵਿਸ਼ਾ ਹੈ ਜਿਸ ਨੂੰ ਫਜ਼ਲ ਸ਼ਾਹ ਨੇ ਬੜੀ ਕਲਾ ਨਿਪੁੰਨਤਾ ਨਾਲ ਨਿਭਾਇਆ ਹੈ। ਸੋ ਤੁਸੀਂ ਹੁਣ ਸਾਰਿਆਂ ਨੇ ਇਸ ਦੀ ਜਿਹੜੀ ਪ੍ਰਸੰਗ ਸਹਿਤ ਵਿਆਖਿਆ ਦੇ ਲਈ ਇਸ ਨੂੰ ਜਿਹੜਾ ਇਸ ਦੀ ਕਹਾਣੀ ਨੂੰ ਜਿਹੜਾ ਤੁਸੀਂ ਸੁਣੀ ਲਿਆ ਅਤੇ ਹੁਣ ਤੁਸੀਂ ਇਸ ਦੇ ਮੁਤਾਬਕ ਇਸ ਦੀ ਪ੍ਰਸੰਗ ਸਹਿਤ ਵਿਆਖਿਆ ਕਰੋਗੇ। ਬਹੁਤ ਹੀ ਆਸਾਨ ਹੈ ਇਸ ਦੀ ਵਿਆਖਿਆ। ਧੰਨਵਾਦ।